हेलो गाइस, कैसे हो आप सभी। आई होप यू आर वेल। आज ਦੀ ਵੀਡੀਓ ਜੀ ਰਿਲੇਟਡ ਲਰਨਿੰਗ ਆਊਟਕਮਸ। अगर तुसी मेरे चैनल पर न्यू हो तो मेरे चैनल को सबसक्राइब कर लो, वीडियोज़ ਨੂੰ लाइक करिया करो एंड कमेंट करिया करो, क्योंकि मेरे इस चैनल पर ਤੁਹਾਨੂੰ एंटीड ਦੇ रिगार्डिंग हर एक न्यू अपडेट मिलती रहूगी एंड ਤੁਹਾਨੂੰ न्यू वीडियोज़ भी मिलदियां रहणगीਆਂ। ਤਾਂ ਜੋ ਅੱਜ ਦਾ ਆਪਣਾ ਟੌਪਿਕ ਹੈ ਜੀ ਉਹ ਹੈਗਾ ਲਰਨਿੰਗ ਆਊਟਕਮਸ। ਇਹ ਤੁਹਾਡਾ ਐਫ ਸੈਕਸ਼ਨ ਦਾ ਇੱਕ ਟੌਪਿਕ ਹੈ। ਲਰਨਿੰਗ ਆਊਟਕਮਸ ਦੇ ਵਿੱਚ ਮੇਨ ਇੰਪੋਰਟੈਂਟ ਪੁਆਇੰਟਸ ਕੀ ਨੇ ਅੱਜ ਆਪਾਂ ਉਹ ਡਿਸਕਸ ਕਰਾਂਗੇ। ਤਾਂ ਚਲੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਹੈਗੇ ਜੀ ਇੰਟਰੋਡਕਸ਼ਨ। ਲਰਨਿੰਗ ਆਊਟਕਮਸ ਕੀ ਹੁੰਦਾ, ਸਿੱਖਣ ਦੇ ਨਤੀਜੇ ਆਪਾਂ ਕਿੰਨਾਂ ਨੂੰ ਕਹਿੰਦੇ ਆ। ਤਾਂ ਆਪਾਂ ਇੰਟਰੋਡਕਸ਼ਨ ਰੀਡ ਆਊਟ ਕਰਦੇ ਹਾਂ ਜੀ। ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਸਿੰਪਲ ਲੈਂਗੁਏਜ ਦੱਸੂਗੀ ਵੀ ਇਹਦਾ ਮਤਲਬ ਕੀ ਆ। ਕਹਿੰਦੇ ਸਿੱਖਣ ਦੇ ਨਤੀਜੇ ਕਿਸੇ ਵੀ ਯੂਨਿਟ ਦੀ ਰੂਪਰੇਖਾ ਦਾ ਜ਼ਰੂਰੀ ਹਿੱਸਾ ਹੁੰਦੇ ਹਨ। ਸਿੱਖਣ ਦਾ ਨਤੀਜਾ ਇਸ ਗੱਲ ਦਾ ਸਪਸ਼ਟ ਬਿਆਨ ਹੁੰਦਾ ਹੈ ਕਿ ਸਿਖਿਆਰਥੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਅਧਿਐਨ ਦੇ ਯੂਨਿਟ ਦੇ ਪੂਰਾ ਹੋਣ 'ਤੇ ਕੀ ਕਰਨ ਦੇ ਯੋਗ ਹੈ, ਜਾਣਦਾ ਹੈ ਅਤੇ ਉਹਨਾਂ ਨਤੀਜਿਆਂ ਨੂੰ ਹਾਸਲ ਕਰਨ ਦੀ ਉਹਨਾਂ ਤੋਂ ਕਿੰਨੀ ਚੰਗੀ ਉਮੀਦ ਕੀਤੀ ਜਾਣੀ ਚਾਹੀਦੀ ਹੈ। ਇਹ ਸਿੱਖਣ ਦੇ ਵਿਸ਼ਾ ਵਸਤੂ ਅਤੇ ਇਸ ਦੀ ਪ੍ਰਾਪਤੀ ਨੂੰ ਕਿਵੇਂ ਪ੍ਰਦਰਸ਼ਿਤ ਕਰਨਾ ਹੈ, ਦੋਵੇਂ ਬਾਰੇ ਦੱਸਦਾ ਹੈ। ਸਿੱਖਣ ਦੇ ਨਤੀਜੇ ਸਿਰਫ ਅਧਿਐਨ ਦੇ ਯੂਨਿਟ ਦੀ ਸਮੱਗਰੀ ਅਤੇ ਡਿਜ਼ਾਈਨ ਨੂੰ ਨਿਰਦੇਸ਼ਿਤ ਕਰਨ ਦੇ ਉਦੇਸ਼ ਨੂੰ ਪੂਰਾ ਨਹੀਂ ਕਰਦੇ, ਉਹ ਆਕਲਨ ਦਾ ਆਧਾਰ ਵੀ ਬਣਦੇ ਹਨ ਅਤੇ ਯੂਨੀਵਰਸਿਟੀ ਦੁਆਰਾ ਸਧਾਰਨ ਅਤੇ ਜਾਂ ਕੋਰਸ ਅਨੁਸ਼ਾਸਨ ਵਿਸ਼ੇਸ਼ ਗ੍ਰੈਜੂਏਟ ਗੁਣਾਂ ਦੇ ਰੂਪ ਵਿੱਚ ਨਿਰਧਾਰਿਤ ਕੀਤੇ ਸਿੱਖਣ ਦੇ ਵੱਡੇ ਨਤੀਜਿਆਂ ਨਾਲ ਵੀ ਜੁੜੇ ਹੋਏ ਹਨ। ਆਕਲਨ ਦੇ ਨਾਲ ਉਹਨਾਂ ਦੇ ਸਪਸ਼ਟ ਸੰਬੰਧ ਕਰਕੇ ਵਿਦਿਆਰਥੀ ਸਿੱਖਣ ਦੇ ਨਤੀਜਿਆਂ ਨੂੰ ਵੱਖ-ਵੱਖ ਮਾਤਰਾਵਾਂ ਵਿੱਚ ਤੱਕ ਕਰਨਗੇ। ਹੁਣ ਲਰਨਿੰਗ ਆਊਟਕਮਸ ਦਾ ਮਤਲਬ ਕੀ ਆ, ਫਾਈਨਲੀ ਕਿਹਨੂੰ ਕਹਿੰਦੇ ਆ ਆਪਾਂ ਲਰਨਿੰਗ ਆਊਟਕਮਸ। ਲਰਨਿੰਗ ਆਊਟਕਮਸ ਦੇ ਵਿੱਚ ਜਿਵੇਂ ਫੋਰ ਐਗਜ਼ਾਮਪਲ ਉਹਨਾਂ ਨੇ ਲੈਤੀ ਆ, ਕਹਿੰਦੇ ਲਾਈਕ ਕੋਈ ਬੱਚਾ ਵਾ, ਠੀਕ ਹੈ, ਉਹਨੂੰ ਆਪਾਂ ਚੈਪਟਰ ਰੀਡ ਆਊਟ ਕਰਵਾਇਆ। ਚੈਪਟਰ ਰੀਡ ਕਰਨ ਤੋਂ ਬਾਅਦ ਉਹਦੇ ਕੋਲ ਐਕਸਰਸਾਈਜ਼ ਆ, ਤਾਂ ਇਟ ਮੀਨਸ ਜੇ ਉਹ ਐਕਸਰਸਾਈਜ਼ ਸੋਲਵ ਕਰ ਲੈਂਦਾ ਇਟ ਮੀਨਸ ਉਹਨੂੰ ਚੈਪਟਰ ਸਮਝ ਆਇਆ ਸਾਰਾ, ਚੈਪਟਰ ਦੇ ਵਿੱਚ ਕੀ ਚੀਜ਼ ਹੈਗੀ ਆ, ਉਹਦੀ ਲਰਨਿੰਗ ਕੀ ਆ ਪ੍ਰੋਪਰ ਤਰੀਕੇ ਨਾਲ। ਸੈਕਿੰਡ ਥਿੰਗ, ਸਿੱਖਣ ਦੇ ਨਤੀਜਿਆਂ ਦੇ ਵਿੱਚ ਇਹ ਵੀ ਚੀਜ਼ ਕਾਊਂਟ ਹੁੰਦੀ ਆ ਵੀ ਜਿਸ ਤਰ੍ਹਾਂ ਕੋਈ ਬੱਚਾ ਵਾ ਯੂਨੀਵਰਸਿਟੀ ਦੇ ਵਿੱਚ ਕੋਈ ਕੋਰਸ ਕਰਦਾ, ਚਾਹੇ ਉਹ ਸ਼ਾਰਟ ਟਰਮ ਦਾ ਰਹਿੰਦਾ ਜਾਂ ਫਿਰ ਲੌਂਗ ਟਰਮ ਦਾ ਰਹਿੰਦਾ, ਆਫਟਰ ਕੋਰਸ ਕੰਪਲੀਟ ਤੋਂ ਬਾਅਦ ਉਹ ਕੀ ਚੀਜ਼ ਲਰਨ ਕਰਦਾ, ਕੀ ਚੀਜ਼ ਸਿੱਖਦਾ, ਉਹ ਵੀ ਆਪਣੀ ਲਰਨਿੰਗ ਆਊਟਕਮਸ ਦੇ ਵਿੱਚ ਇਨਕਲੂਡ ਹੁੰਦੀ ਆ। ਨਤੀਜੇ ਬਨਾਮ ਉਦੇਸ਼। ਹੁਣ ਜਿਹੜੇ ਨਤੀਜੇ ਨੇ, ਰਿਜ਼ਲਟਸ ਨੇ, ਉਹਨਾਂ ਦੇ ਕੀ ਓਬਜੈਕਟਸ ਨੇ ਇਹਨਾਂ ਦੇ, ਠੀਕ ਹੈ ਜੀ, ਇਹ ਆਪਾਂ ਰੀਡ ਆਊਟ ਕਰਾਂਗੇ। ਕਹਿੰਦੇ ਉਦੇਸ਼ਾਂ ਦੇ ਕਥਨ ਰੂਪ ਅਤੇ ਸੁਭਾਅ ਵਿੱਚ ਵੱਖ-ਵੱਖ ਹੋ ਸਕਦੇ ਹਨ। ਉਹ ਸਧਾਰਨ ਪਾਠਕ੍ਰਮ ਉਦੇਸ਼ਾਂ ਤੋਂ ਲੈ ਕੇ ਜ਼ਿਆਦਾ ਵਿਸ਼ੇਸ਼ ਸਿੱਖਣ ਉਦੇਸ਼ਾਂ, ਜ਼ਿਆਦਾ ਵਿਸ਼ੇਸ਼ ਵਿਵਹਾਰਵਾਦੀ ਉਦੇਸ਼ਾਂ ਤੱਕ ਹੋ ਸਕਦੇ ਹਨ। ਫੋਰ ਐਗਜ਼ਾਮਪਲ ਲਰਨਿੰਗ ਲਾਈਕ ਜੋ ਵੀ ਆਪਣੇ ਕੋਲ ਬੇਸਿਕ ਆ, ਠੀਕ ਹੈ, ਕਹਿੰਦੇ ਸਿੱਖਣ ਦੇ ਪਾਠਕ੍ਰਮ ਮਤਲਬ ਕਿ ਜੋ ਆਪਣੀ ਐਕਸਰਸਾਈਜ਼ ਰਹਿੰਦੀ ਆ, ਲੈਸਨਸ ਰਹਿੰਦੇ ਨੇ, ਉੱਥੋਂ ਚੀਜ਼ ਉਹ ਸਟਾਰਟ ਹੋ ਜਾਂਦੀ ਆ। ਉਸ ਤੋਂ ਬਾਅਦ ਕੀ ਆ ਵੀ ਆਪਣੇ ਕੋਲ ਜਿੱਦਾਂ ਉਹਨਾਂ ਦੀ ਇਨਫੋਰਮੇਸ਼ਨ ਇਨਹਾਂਸ ਹੁੰਦੀ ਜਾਂਦੀ ਆ, ਵੱਧਦੀ ਜਾਂਦੀ ਆ, ਉੱਦਾਂ ਕੀ ਹੁੰਦੀ ਉਹਨਾਂ ਦੀ ਲਰਨਿੰਗ ਆਊਟਕਮਸ ਵੀ ਇਨਕਰੀਜ਼ ਹੁੰਦੇ ਨੇ। ਤਾਂ ਮਤਲਬ ਕੀ ਆ ਜੋ ਵੀ ਅਵੈਲਿਊਏਸ਼ਨ ਆ, ਮੁਲਾਂਕਣ ਕਰਦੇ ਨੇ, ਉਹ ਚੀਜ਼ ਕੀ ਹੋ ਜਾਂਦੀ ਹੈ, ਜ਼ਿਆਦਾ ਸਟਰੋਂਗ ਹੋ ਜਾਂਦੀ ਹੈ ਜੇ ਉਹਨਾਂ ਕੋਲੇ ਜ਼ਿਆਦਾ ਨੌਲੇਜ ਹੈਗੀ ਆ ਉਸ ਲੈਕਚਰ ਦੇ ਅਕੋਰਡਿੰਗ, ਉਸ ਟੌਪਿਕ ਦੇ ਅਕੋਰਡਿੰਗ ਉਹਨਾਂ ਕੋਲੇ ਜ਼ਿਆਦਾ ਨੌਲੇਜ ਆ, ਤਾਂ ਉਹ ਅਵੈਲਿਊਏਸ਼ਨ ਵੀ ਕੀ ਕਰਨਗੇ, ਵਧੀਆ ਢੰਗ ਦੇ ਨਾਲ ਕਰਨਗੇ। ਕਹਿੰਦੇ ਉਹ ਲੈਕਚਰ ਦੇ ਇਰਾਦਿਆਂ ਵਿੱਚੋਂ ਪ੍ਰਗਟ ਕੀਤੇ ਜਾ ਸਕਦੇ ਹਨ। ਉਦਾਹਰਨ ਲਈ ਇਸ ਯੂਨਿਟ ਦੇ ਉਦੇਸ਼ ਹਨ ਜਾਂ ਲੋੜੀਂਦੇ ਨਤੀਜਿਆਂ ਵਜੋਂ ਇਸ ਯੂਨਿਟ ਦੇ ਅੰਤ ਤੱਕ ਤੁਹਾਨੂੰ ਸਿੱਖਣ ਦੇ ਯੋਗ ਹੋਣਾ। ਮਤਲਬ ਕਿ ਕੋਈ ਵੀ ਚੈਪਟਰ ਰੀਡ ਕਰਦੇ ਹਾਂ, ਠੀਕ ਹੈ, ਚਾਹੇ ਤਾਂ ਕੋਈ ਚੈਪਟਰ ਆ ਹੋ, ਠੀਕ, ਅਦਰਵਾਈਜ਼ ਕੋਈ ਬੁੱਕ ਆ, ਕੁਛ ਵੀ, ਜਦੋਂ ਆਪਾਂ ਪ੍ਰੋਪਰ ਉਹਨੂੰ ਰੀਡ ਆਊਟ ਕਰ ਲੈਂਦੇ ਹਾਂ, ਆਫਟਰ ਦੈਟ ਅਸੀਂ ਕੀ ਨਤੀਜਾ ਕੱਢਦੇ ਹਾਂ, ਕਨਕਲੂਜਨ ਕੀ ਕੱਢਦੇ ਹਾਂ ਉਹਦਾ ਵੀ ਸਾਨੂੰ ਪੂਰੀ ਬੁੱਕ ਦੇ ਵਿੱਚੋਂ ਕੀ ਸਿੱਖਣ ਨੂੰ ਮਿਲਿਆ, ਅਸੀਂ ਕੀ ਕੁਛ ਸਿੱਖਿਆ, ਉਹ ਕੀ ਹੋ ਗਈ ਤੁਹਾਡੀ ਲਰਨਿੰਗ ਆਊਟਕਮਸ ਹੋ ਗਈ। ਕਹਿੰਦੇ ਇਹ ਬਾਅਦ ਦਾ ਰੂਪ ਹੈ ਨਤੀਜਾ ਕਥਨ, ਜਿਸ ਵਿੱਚ ਅਧਿਆਪਨ ਅਤੇ ਸਿੱਖਣ ਨੂੰ ਦੱਸਣ ਵਿੱਚ ਸਭ ਤੋਂ ਵੱਧ ਸ਼ਕਤੀ ਹੈ। ਭਾਵੇਂ ਇਸ ਨੂੰ ਇੱਕ ਸਿੱਖਣ ਨਤੀਜਾ, ਸਿੱਖਣ ਦਾ ਉਦੇਸ਼ ਜਾਂ ਕੋਈ ਹੋਰ ਨਾਮ ਦਿੱਤਾ ਜਾਵੇ, ਇੱਕ ਨਤੀਜਾ ਕਥਨ ਇਰਾਦਾ ਸਪਸ਼ਟ ਕਰਦਾ ਹੈ। ਇਹ ਸਿਖਿਆਰਥੀ ਤੇ ਪੂਰਾ ਕੇਂਦਰਿਤ ਕਰਦਾ ਹੈ ਅਤੇ ਕਾਰਜਕਾਰੀ ਆਧਾਰਿਤ ਹੁੰਦਾ ਹੈ। ਇੱਕ ਕਾਰਜਸ਼ੀਲ ਕਿਰਿਆ ਜਿਵੇਂ ਕਿ ਪ੍ਰਦਰਸ਼ਿਤ ਕਰੋ, ਲਾਗੂ ਕਰੋ ਆਦਿ ਤੋਂ ਸ਼ੁਰੂ ਹੁੰਦਾ ਹੈ ਅਤੇ ਕਾਰਜਕਾਰੀ ਦੇ ਲੋੜੀਂਦੇ ਪੱਧਰ ਦਾ ਸੰਕੇਤ ਦਿੰਦਾ ਹੈ। ਸਿੱਖਣ ਦਾ ਨਤੀਜਾ ਇਸ ਤਰ੍ਹਾਂ ਅਜਿਹਾ ਸ਼ੰਕਾ ਰਹਿਤ ਕਥਨ ਹੈ ਕਿ ਸਿਖਿਆਰਥੀ ਤੋਂ ਕੀ ਪ੍ਰਾਪਤ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਉਸ ਤੋਂ ਇਸ ਪ੍ਰਾਪਤੀ ਦੇ ਪ੍ਰਦਰਸ਼ਨ ਦੀ ਕਿਵੇਂ ਉਮੀਦ ਕੀਤੀ ਜਾਂਦੀ ਹੈ। ਲਾਈਕ ਜਿਵੇਂ ਬੱਚੇ ਨੇ ਕੋਈ ਚੈਪਟਰ ਪੜ੍ਹਿਆ ਅਤੇ ਪੇਰੈਂਟਸ ਉਹ ਤੋਂ ਕੀ ਉਮੀਦਾਂ ਕਰਦੇ ਨੇ ਵੀ ਆਫਟਰ ਲਰਨਿੰਗ ਇਹ ਚੈਪਟਰ ਨੂੰ ਕੀ ਜੋ ਇਹਦੀ ਐਕਸਰਸਾਈਜ਼ ਆ ਉਹ ਸੋਲਵ ਕਰ ਪਾਉਂਦਾ, ਉਹ ਤੋਂ ਕੀ ਉਮੀਦ ਕੀਤੀ ਜਾਂਦੀ ਹੈ ਆਪਣੇ ਕੋਲੇ, ਤਾਂ ਉਹ ਵੀ ਕੀ ਆਪਣੇ ਕੋਲੇ ਲਰਨਿੰਗ ਆਊਟਕਮਸ ਦੇ ਵਿੱਚ ਇਨਕਲੂਡ ਹੁੰਦਾ। ਨੈਕਸਟ ਟੌਪਿਕ ਹੈਗਾ ਜੀ, ਕਹਿੰਦੇ ਪ੍ਰਭਾਵਸ਼ਾਲੀ ਸਿੱਖਣ ਦੇ ਨਤੀਜਿਆਂ ਦੇ ਕਥਨਾਂ ਦਾ ਮੁੱਲ ਕੀ ਰਹਿੰਦਾ। ਅਧਿਆਪਨ ਸਟਾਫ ਹੋਏਗਾ, ਟੀਚਰਸ ਹੋਣਗੇ ਜਿਹੜੇ ਕੀ ਕਰਨਗੇ ਉਹਨਾਂ ਨੂੰ ਲਰਨਿੰਗ ਕਰਵਾਉਣਗੇ। ਕਹਿੰਦੇ ਇਹ ਸੂਚਿਤ ਕਰਦਾ ਹੈ ਅਧਿਆਪਨ ਦਾ ਵਿਸ਼ਾ ਵਸਤੂ ਕਿੱਦਾਂ ਦਾ, ਅਧਿਆਪਨ ਦੀਆਂ ਰਣਨੀਤੀਆਂ ਜੋ ਤੁਸੀਂ ਵਰਤੋਗੇ, ਮਤਲਬ ਕੀ ਆ ਉਹਨਾਂ ਦੇ ਕੀ ਚੀਜ਼ ਤੁਹਾਨੂੰ ਸਿਖਾ ਰਹੇ ਨੇ ਉਹ, ਠੀਕ ਹੈ ਜੀ, ਉਹੀ ਚੀਜ਼ਾਂ ਤੁਸੀਂ ਕੀ ਕਰੋਗੇ, ਫੋਲੋ ਕਰੋਗੇ। ਸਿੱਖਣ ਦੀਆਂ ਕਈ ਕਿਸਮਾਂ ਦੀਆਂ ਗਤੀਵਿਧੀਆਂ, ਐਕਟੀਵਿਟੀਜ਼ ਹੋ ਗਈਆਂ, ਕਾਰਜ ਜੋ ਤੁਸੀਂ ਆਪਣੇ ਵਿਦਿਆਰਥੀਆਂ ਦੇ ਲਈ ਨਿਰਧਾਰਿਤ ਕਰੋਗੇ। ਟੀਚਰਸ ਕਿਹੜੀ ਕੀ ਐਕਟੀਵਿਟੀਜ਼ ਕਰਵਾ ਰਹੇ ਨੇ, ਕਿੱਦਾਂ ਦੀ ਉਹਨਾਂ ਨੂੰ ਪਰਫੋਰਮੈਂਸ ਕਰਵਾ ਰਹੇ ਨੇ, ਉੱਦਾਂ ਦੀ ਚੀਜ਼ ਕੀ ਕਰਨਗੇ ਉਹ ਫੋਲੋ ਕਰਨਗੇ। ਆਕਲਨ
ਆਕਲਨ ਦੇ ਉਚਿਤ ਕਾਰਜ ਕੋਰਸ ਮੁਲਾਂਕਣ। ਕਹਿੰਦੇ ਵਿਦਿਆਰਥੀਆਂ ਦੇ ਲਈ ਹੁਣ ਕੀ ਹੈ, ਸਿੱਖਣ ਦੇ ਨਤੀਜਿਆਂ ਦਾ ਸਮੂਹ ਉਹਨਾਂ ਨੂੰ ਪ੍ਰਦਾਨ ਕਰਦਾ ਹੈ ਉਹਨਾਂ ਦੇ ਅਧਿਐਨਾਂ ਦਾ ਮਾਰਗਦਰਸ਼ਨ ਕਰਨ ਅਤੇ ਉਹਨਾਂ ਨੂੰ ਆਪਣੇ ਆਕਲਨ ਤਿਆਰ ਹੋਣ ਵਿੱਚ ਸਹਾਇਤਾ ਕਰਨ ਲਈ ਇੱਕ ਠੋਸ ਢਾਂਚਾ ਹੁੰਦਾ ਹੈ। ਕੋਰਸ ਅਤੇ ਜਾਂ ਫਿਰ ਯੂਨੀਵਰਸਿਟੀ ਪੱਧਰ ਤੇ ਗ੍ਰੈਜੂਏਟ ਗੁਣਾਂ ਦੇ ਨਾਲ ਸਪਸ਼ਟ ਬੋਲਣ ਦਾ ਇੱਕ ਬਿੰਦੂ, ਜੋ ਵੀ ਚੀਜ਼ ਉਹ ਕਲੀਅਰ ਕਰਦੇ ਨੇ, ਕਲੀਅਰ ਕੱਟ ਚੀਜ਼ ਬੋਲਦੇ ਨੇ, ਠੀਕ ਹੈ ਜੀ, ਉਹ ਵੀ ਕੀ ਹੋਏਗੀ, ਇਹਦੇ ਵਿੱਚ ਇਨਕਲੂਡਡ ਹੋਏਗੀ। ਕਹਿੰਦੇ ਇਸ ਤੋਂ ਪ੍ਰਭਾਵਸ਼ਾਲੀ ਸਿੱਖਣ ਦੇ ਨਤੀਜਿਆਂ ਦੇ ਕਥਨ ਹੋਣੇ ਚਾਹੀਦੇ ਹਨ। ਇਹਦੇ ਵਿੱਚ ਜਸਟ ਕੀ ਲਿਖਿਆ ਹੋਇਆ ਵੀ ਕੀ ਚੀਜ਼ ਹੋਣੀ ਚਾਹੀਦੀ ਹੈ। ਮੇਨ ਟੌਪਿਕ ਹੈਗਾ ਤੁਹਾਡਾ ਲਰਨਿੰਗ ਆਊਟਕਮਸ ਦਾ। ਲਰਨਿੰਗ ਆਊਟਕਮਸ ਦੇ ਵਿੱਚ ਬੱਚਿਆਂ ਤੋਂ ਕੀ ਉਮੀਦ ਕੀਤੀ ਜਾਂਦੀ ਹੈ ਜਦੋਂ ਉਹਨਾਂ ਨੂੰ ਕੋਈ ਵੀ ਚੈਪਟਰ ਰੀਡ ਕਰਾਇਆ ਜਾਂਦਾ, ਕੁਛ ਵੀ ਚੀਜ਼ ਹੁੰਦੀ ਹੈ ਉਹਨਾਂ ਦੀ ਲਾਈਫ ਦੇ ਵਿੱਚ, ਆਫਟਰ ਦੈਟ ਪੇਰੈਂਟਸ ਉਹਨਾਂ ਤੋਂ ਕੀ ਉਮੀਦਾਂ ਕਰਦੇ ਨੇ, ਉਹ ਚੀਜ਼ ਕੀ ਹੋਊਗੀ, ਲਰਨਿੰਗ ਆਊਟਕਮ ਦੇ ਵਿੱਚ ਆਏਗੀ। ਨੈਕਸਟ ਪੁਆਇੰਟ ਹੈਗਾ ਜੀ ਤੁਹਾਡਾ ਗਿਆਨ ਦੀ ਸੀਮਾ ਅਤੇ ਸੰਗਿਆਤਾਂ ਦੇ ਹੁਨਰਾਂ ਦੀ ਪਹਿਚਾਣ ਕਰਨੀ। ਹੁਨਰ, ਠੀਕ ਹੈ ਜੀ। ਗਿਆਨ ਦੀਆਂ ਕਿਸਮਾਂ ਕਿਹੜੀਆਂ ਹੁੰਦੀਆਂ ਨੇ? ਹੁਣ ਸਭ ਤੋਂ ਪਹਿਲਾਂ ਹੈਗੀ ਹੈ ਜੀ ਵਿਆਨਿਆ ਗਿਆਨ। ਕਿਹੜੀ ਚੀਜ਼ ਜਾਣਨੀ ਹੈ ਜਾਂ ਗਿਆਨ ਦੀ ਸਮੱਗਰੀ ਬਾਰੇ ਜਾਣਨਾ, ਮਤਲਬ ਕੀ ਹੈ, ਜਿਵੇਂ ਆਪਾਂ ਕਹਿ ਦਈਏ ਵੀ ਕੰਸੈਪਟ ਕੀ ਆ ਸਾਡਾ, ਤੁਹਾਡੇ ਕੋਲ ਮਟੀਰੀਅਲ ਕੀ ਆ ਪੜ੍ਹਨ ਦਾ, ਤੁਸੀਂ ਇੱਕ ਟੌਪਿਕ ਲੈ ਲਿਆ, ਠੀਕ ਹੈ, ਜਿਸ ਤਰ੍ਹਾਂ ਇਨਕਲੂਸਿਵ ਐਜੂਕੇਸ਼ਨ ਟੌਪਿਕ ਆਪਣੇ ਕੋਲ, ਠੀਕ ਹੈ, ਇਨਕਲੂਸਿਵ ਐਜੂਕੇਸ਼ਨ ਤੁਹਾਨੂੰ ਟੌਪਿਕ ਲੈ ਲਿਆ ਇਨਕਲੂਸਿਵ ਐਜੂਕੇਸ਼ਨ, ਪਰ ਇਨਕਲੂਸਿਵ ਐਜੂਕੇਸ਼ਨ 'ਚ ਪੜ੍ਹਨਾ ਕੀ ਆ, ਕੀ ਉਹਦੇ ਵਿੱਚ ਕੰਟੈਂਟ ਆਏਗਾ ਤੁਹਾਡਾ, ਤਾਂ ਉਹ ਕੀ ਹੋ ਗਈ ਵਿਆਨੀ ਗਿਆਨ। ਵਿਧੀਵਤ ਗਿਆਨ, ਕੰਮਾਂ ਨੂੰ ਕਿਵੇਂ ਕਰਨਾ ਬਾਰੇ ਜਾਣਨਾ, ਪਲੈਨਿੰਗ, ਤੁਸੀਂ ਇਸ ਕੰਟੈਂਟ ਵੀ ਲੈ ਲਿਆ, ਉਹਨੂੰ ਪੜ੍ਹਨਾ ਕਿਵੇਂ ਆਪਣੇ ਕੋਲ, ਠੀਕ ਹੈ ਜੀ, ਤਾਂ ਉਹ ਕੀ ਹੋਏਗਾ ਵਿਧੀਵਤ ਗਿਆਨ। ਸਥਿਤੀਗਤ ਵਿਗਿਆਨ ਕੀ ਹੋਊਗਾ, ਇਹ ਜਾਣਨਾ ਕਿ ਚੀਜ਼ਾਂ ਕਦੋਂ ਕਰਨੀਆਂ ਹਨ, ਕਿਸ ਟਾਈਮ ਉਹਨੂੰ ਰੀਡ ਆਊਟ ਕਰਨਾ। ਕਾਰਜਸ਼ੀਲ ਗਿਆਨ, ਸਮੱਸਿਆਵਾਂ ਨੂੰ ਹੱਲ ਕਰਨ ਲਈ ਅਤੇ ਪਹਿਲੇ 3 ਕਿਸਮਾਂ ਦੇ ਗਿਆਨ ਨੂੰ ਕਿਵੇਂ ਲਾਗੂ ਕਰਨਾ ਹੈ ਅਤੇ ਪ੍ਰਭਾਵਸ਼ਾਲੀ ਪੇਸ਼ੇਵਰ ਵਜੋਂ ਇਹ ਹੈ ਵਿਆਨੀਆਂ ਗਿਆਨ ਦਾ ਸਭ ਤੋਂ ਸੌਖਾ ਰੂਪ ਕੰਮ ਕਰਨਾ ਤੇ ਜਾਣਨਾ। ਕਾਰਜਸ਼ੀਲ ਮਤਲਬ ਕਿ ਉਹਨੂੰ ਐਕਟਿਵ ਦੇ ਵਿੱਚ ਕਦੋਂ ਕਰਨਾ, ਕਦੋਂ ਤੁਸੀਂ ਲਰਨਿੰਗ ਪ੍ਰੋਪਰ ਸਟਾਰਟ ਕਰਨੀ ਹੈ, ਠੀਕ ਹੈ ਜੀ। ਇਹ ਹੈਗੀਆਂ ਨੇ ਗਿਆਨ ਦੀਆਂ ਕਿਸਮਾਂ, ਕਿੱਦਾਂ ਨੌਲੇਜ ਪ੍ਰੋਵਾਈਡ ਕਰਨੀ ਆ, ਕਿੱਦਾਂ ਨੌਲੇਜ ਤੁਸੀਂ ਲੈਣੀ ਆ, ਆਪਣੀ ਇਨਹਾਂਸ ਕਿੱਦਾਂ ਕਰ ਸਕਦੇ ਹੋ। ਸੰਗਿਆਤਮਕ ਹੁਨਰਾਂ ਦੀ ਦਾਇਰਾ, ਸੰਗਿਆਤਮਕ ਹੁਨਰਾਂ ਦਾ ਦਾਇਰਾ। ਯੂਨੀਵਰਸਿਟੀਆਂ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਵਿਦਿਆਰਥੀ ਵੱਡੀ ਮਾਤਰਾ ਵਿੱਚ ਜਾਣਕਾਰੀ ਮੰਗਣ ਤੇ ਮਰੀਜ਼ ਯਾਦ ਕਰਨ ਨਾਲੋਂ ਹੋਰ ਕੁਝ ਕਰਨ ਦੇ ਯੋਗ ਹੋਣ। ਇਹ ਹੈ ਵਿਆਨੀਆਂ ਗਿਆਨ ਦਾ ਸਭ ਤੋਂ ਸੌਖਾ ਰੂਪ। ਅਸੀਂ ਆਸ ਕਰਦੇ ਹਾਂ ਕਿ ਉਹ ਨਵੀਆਂ ਅਤੇ ਵੱਖ-ਵੱਖ ਸਥਿਤੀਆਂ ਵਿੱਚ ਜੋ ਸਿੱਖਿਆ ਹੈ ਉਸ ਨੂੰ ਲਾਗੂ ਕਰਨ, ਮਤਲਬ ਜੋ ਵੀ ਜਿੰਨੀ ਵੀ ਅਸੀਂ ਨੌਲੇਜ ਲੈਤੀ ਆ ਉਹਨਾਂ ਨੂੰ ਅਸੀਂ ਇੰਪਲੀਮੈਂਟ ਕਰੀਏ ਕਿਸੇ ਨਾ ਕਿਸੇ ਤਰੀਕੇ। ਸਾਰੇ ਸਟੂਡੈਂਟਸ ਪੜ੍ਹਦੇ ਕਿਉਂ ਨੇ, ਵੀ ਉਹਨਾਂ ਨੇ ਜੌਬ ਕਰਨੀ ਆ, ਕੋਈ ਗ੍ਰੈਜੂਏਸ਼ਨ ਕਰਦਾ, ਕੋਈ BCA ਕਰਦਾ, ਕੋਈ BCom ਕਰਦਾ, ਆਫਟਰ ਦੈਟ ਕਰਨੀ ਤਾਂ ਉਹਨਾਂ ਨੇ ਜੌਬ ਆਪਣੇ ਕੋਲੇ, ਜੌਬ ਦੇ ਵਿੱਚ ਉਹਨਾਂ ਨੂੰ ਕੀ ਹੋਏਗੀ, ਉਹੀ ਨੌਲੇਜ ਕੀ ਕਰਨਗੇ, ਉਹ ਯੂਜ਼ ਕਰਨਗੇ। ਸੋ ਡੈਟ ਜਿਹੜੀਆਂ ਯੂਨੀਵਰਸਿਟੀ ਦੀਆਂ ਡਿਗਰੀਆਂ ਹੁੰਦੀਆਂ ਨੇ, ਯੂਨੀਵਰਸਿਟੀ ਜਿੰਨੀ ਅਸੀਂ ਨੌਲੇਜ ਲੈਂਦੇ ਹਾਂ ਉਹਨੂੰ ਕੀ ਕਰਨਾ ਹੁੰਦਾ ਸੀ, ਲਾਗੂ ਕਰਨਾ ਹੁੰਦਾ। ਅਤੇ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ, ਵਿਆਖਿਆ ਕਰਨ, ਮੁਲਾਂਕਣ ਕਰਨ ਤੇ ਸੰਸਲੇਸ਼ਣ ਕਰਨ ਦੇ ਯੋਗ ਹੋਣ, ਜਿਨ੍ਹਾਂ ਨੂੰ ਅਸੀਂ ਮਹੱਤਵਪੂਰਨ ਚਿੰਤਨ ਹੁਨਰਾਂ ਵਜੋਂ ਪਛਾਣਦੇ ਹਾਂ। ਮਤਲਬ ਉਹੀ ਚੀਜ਼ ਹੈ ਨਾ, ਜਿਹੜੇ ਉਸ ਤਰੀਕੇ ਨੂੰ ਚੰਗੀ ਤਰ੍ਹਾਂ ਯੂਜ਼ ਕਰਨਾ ਜਾਣਦੇ ਨੇ, ਜੋ ਵੀ ਉਹਨਾਂ ਨੇ ਨੌਲੇਜ ਲੈਤੀ ਆ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਵੀ ਉਹ ਕੀ ਨੇ, ਇੰਟੈਲੀਜੈਂਟ ਨੇ, ਹਾਰਡ ਵਰਕਿੰਗ ਨੇ, ਠੀਕ ਹੈ, ਉਹਨਾਂ ਨੂੰ ਨੌਲੇਜ ਹੈਗੀ ਆ ਪ੍ਰੋਪਰ ਤਰੀਕੇ ਨਾਲ, ਤਾਂ ਉਹਨੂੰ ਹੀ ਕੀ ਕਰਨਾ ਹੁੰਦਾ, ਆਪਾਂ ਪ੍ਰੋਪਰ ਤਰੀਕੇ ਨਾਲ ਯੂਜ਼ ਕਰਨਾ ਹੁੰਦਾ ਕਿ ਇਹਨੂੰ ਆਪਣੀ ਜੋ ਵੀ ਆਪਾਂ ਸਟੱਡੀ ਕੀਤੀ ਆ। ਅਸਲ ਵਿੱਚ ਸੰਗਿਆਤਮਕ ਹੁਨਰਾਂ ਦੀ ਇੱਕ ਦਰਜਬੰਦੀ ਹੈ, ਸਧਾਰਨ ਯਾਦ ਤੋਂ ਲੈ ਕੇ ਆਲੋਚਨਾਤਮਕ ਚਿੰਤਨ ਦੇ ਉੱਚ ਪੱਧਰਾਂ ਤੱਕ। ਇਹ ਦਰਜਾਬੰਦੀ ਨੂੰ ਬਲੂਮ ਦੀ ਵਿਦਿਅਕ ਉਦੇਸ਼ਾਂ ਦੀ ਸ਼੍ਰੇਣੀ ਵਿੱਚ ਪਕੜਿਆ ਗਿਆ ਹੈ। ਹੁਣ ਕਿੱਦਾਂ ਕਿਹਾ ਉਹਨਾਂ ਨੇ, ਬਲੂਮ ਦੇ 6 ਸੰਗਿਆਤਮਕ ਪੱਧਰ ਨੇ, ਕਿਹੜੇ ਜੀ? ਗਿਆਨ ਸਭ ਤੋਂ ਹੇਠਲਾ ਪੱਧਰ, ਸਮਝਦਾਰੀ, ਲਾਗੂ ਕਰਨਾ, ਵਿਸ਼ਲੇਸ਼ਣ ਕਰਨਾ ਤੇ ਸੰਸਲੇਸ਼ਣ। ਸਿੱਖਣ ਦੇ ਪੱਧਰ ਕਿਹੜੇ ਨੇ ਜੀ? ਗਿਆਨ ਆ, ਸਮਝ ਆ, ਲਾਗੂ ਕਰਨਾ ਤੇ ਆਲੋਚਨਾਤਮਕ ਚਿੰਤਨ। ਜਿਵੇਂ ਆਪਾਂ ਫਸਟ ਸਟੈਪ ਦੇ ਵਿੱਚ ਕਹਿ ਲਈਏ, ਠੀਕ ਹੈ ਜੀ, ਬੱਚੇ ਨੇ ਕੀ ਕੀਤਾ, ਸਭ ਤੋਂ ਪਹਿਲਾਂ ਗਿਆਨ ਲਿਆ, ਗਿਆਨ ਲੈਣ ਤੋਂ ਬਾਅਦ ਕੀ ਇਹ ਸਮਝਦਾਰੀ ਵਰਤੀ, ਠੀਕ ਹੈ, ਉਸ ਤੋਂ ਬਾਅਦ ਇਹਨੂੰ ਯੂਜ਼ ਵੀ ਕੀਤਾ, ਯੂਜ਼ ਕਿਵੇਂ ਕੀਤਾ, ਸਮਝਦਾਰੀ ਨਾਲ ਕੀਤਾ, ਉਹਨੂੰ ਲਾਗੂ ਕੀਤਾ, ਵਿਸ਼ਲੇਸ਼ਣ ਕੀਤਾ, ਉਹਦਾ ਸੰਸਲੇਸ਼ਣ ਕੀਤਾ। ਇਹ ਸਾਰੇ ਪੁਆਇੰਟ ਕਾਹਦੇ ਵਿੱਚ ਇਨਕਲੂਡਡ ਰਹਿੰਦੇ, ਬਲੂਮ ਦੇ 6 ਸੰਗਿਆਤਮਕ ਪੱਧਰ। ਉਸ ਤੋਂ ਬਾਅਦ ਹੈਗਾ ਜੀ ਮੁਲਾਂਕਣ। ਮੁਲਾਂਕਣ ਕਿਵੇਂ ਹੋਏਗਾ? ਹੁਣ ਉੱਚਤਮ ਪੱਧਰ, ਬਲੂਮ ਸਮਝ ਜਾਂ ਵਿਵਹਾਰ ਦੇ ਹੋਰ ਖੇਤਰਾਂ ਦੀ ਪਹਿਚਾਣ ਵੀ ਕਰਦਾ ਹੈ। ਮਨੋਪ੍ਰੇਰਕ ਖੇਤਰ, ਸਰੀਰਕ ਹੁਨਰ ਅਤੇ ਭਾਵਨਾਤਮਕ ਖੇਤਰ ਵਿਵਹਾਰਾਂ ਅਤੇ ਕਦਰ ਕੀਮਤਾਂ ਦੀ ਪ੍ਰਾਪਤੀ ਨਾਲ ਸੰਬੰਧਿਤ। ਕੀ ਕਹਿੰਦਾ ਇਹਦੇ ਵਿੱਚ ਜੀ? ਉਹ ਕਹਿੰਦੇ ਜਦੋਂ ਕਿ ਬਲੂਮ ਸਿੱਖਣ ਦੇ ਇਹਨਾਂ ਪਹਿਲੂਆਂ ਬਾਰੇ ਅੱਡ-ਅੱਡ ਤੌਰ ਉੱਤੇ ਸੋਚਣ ਵਿੱਚ ਸਹਾਇਤਾ ਕਰਦਾ, ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਜਦੋਂ ਵਿਦਿਆਰਥੀ ਸਿੱਖਣ ਵਿੱਚ ਰੁੱਝਦੇ ਹਨ, ਮਤਲਬ ਕੀ ਆ, ਲਰਨਿੰਗ ਕਰਦੇ ਨੇ ਜਿਸ ਟਾਈਮ ਉਹ, ਤਾਂ ਉਹਨਾਂ ਦੇ ਸਿੱਖਣ ਦੇ ਸੰਗਿਆਤਮਕ, ਭਾਵਨਾਤਮਕ ਅਤੇ ਮਨੋਪ੍ਰੇਰਕ ਪੱਖ ਅਸਲ ਵਿੱਚ ਅਨਿੱਖੜਵੇਂ ਹੁੰਦੇ ਹਨ। ਫੋਰ ਐਗਜ਼ਾਮਪਲ, ਜਦੋਂ ਬੱਚਾ ਲਰਨਿੰਗ ਕਰਦਾ ਜਾਂ ਆਪਾਂ ਲਰਨਿੰਗ ਕਰਦੇ ਹਾਂ ਤਾਂ ਉਸ ਟਾਈਮ ਆਪਾਂ ਉਹਨਾਂ ਦਾ ਮੁਲਾਂਕਣ ਕਰਨ ਬਾਰੇ ਨਹੀਂ ਸੋਚਦੇ, ਠੀਕ ਹੈ, ਆਪਾਂ ਜਸਟ ਲਰਨਿੰਗ ਕਰਦੇ ਹਾਂ ਵੀ ਉਹਦੇ ਵਿੱਚ ਕੰਸੈਪਟ ਕੀ ਆ, ਉਹਦੇ ਵਿੱਚ ਕੰਟੈਂਟ ਕੀ ਆ, ਕੀ ਅਸੀਂ ਲਰਨਿੰਗ ਕਰਨਾ, ਕੀ ਅਸੀਂ ਸਿੱਖ ਰਹੇ ਹਾਂ। ਜਦੋਂ ਆਪਾਂ ਨੂੰ ਉਹਦੀ ਚੀਜ਼ ਦੀ ਚੰਗੀ ਤਰ੍ਹਾਂ ਸਮਝ ਆ ਜਾਂਦੀ ਆ ਤਾਂ ਉਸ ਤੋਂ ਬਾਅਦ ਜਾ ਕੇ ਆਪਾਂ ਉਹਦਾ ਨਤੀਜਾ ਫਾਈਂਡ ਕਰਦੇ ਹਾਂ ਵੀ ਅਸੀਂ ਕੀ ਲਰਨਿੰਗ ਕੀਤੀ ਆ। ਸਿੱਖਣ ਦੇ ਨਤੀਜੇ, ਲਿਖਣ ਦਾ ਭਾਵ। ਹੁਣ ਲਿਖਣ ਦਾ ਭਾਵ ਦਾ ਮਤਲਬ ਕੀ ਹੈ? ਇਹਦੇ ਵਿੱਚ ਕਹਿੰਦੇ ਤੁਹਾਡੇ ਸਿੱਖਣ ਦੇ ਨਤੀਜੇ ਸਮਝਦਾਰੀ ਦੀ ਪ੍ਰਕਿਰਤੀ ਅਤੇ ਸੰਗਿਆਨ ਦੇ ਉੱਚ ਪੱਧਰ ਦਾ ਦਸਤਾਵੇਜ਼ ਅਤੇ ਚਿੱਤਰ ਹੁੰਦੇ ਹਨ ਜਿਸ ਦੀ ਉਮੀਦ ਹੁੰਦੀ ਹੈ।
ਸਪਸ਼ਟ ਤੌਰ ਤੇ ਨਤੀਜਿਆਂ ਨੂੰ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਉਹਨਾਂ ਗਤੀਵਿਧੀਆਂ ਵਿੱਚ ਰੁੱਝੇ ਰਹਿਣ ਦੀ ਜ਼ਰੂਰਤ ਹੋਏਗੀ ਜੋ ਇਸ ਵਿੱਚ ਸ਼ਾਮਿਲ ਉੱਚ ਕ੍ਰਮ ਦੇ ਹੁਨਰਾਂ ਨੂੰ ਵਿਕਸਿਤ ਕਰਨ ਦੇ ਮੌਕੇ ਪ੍ਰਦਾਨ ਕਰਦੀਆਂ ਹਨ। ਫੋਰ ਐਗਜ਼ਾਮਪਲ ਜੋ ਇਹਦੀਆਂ ਐਕਸਰਸਾਈਜ਼ ਹੁੰਦੀਆਂ ਨੇ, ਐਕਸਰਸਾਈਜ਼ ਸਾਨੂੰ ਸੋਲਵ ਕਰਨੀਆਂ ਪੈਣਗੀਆਂ। ਕਿਉਂਕਿ ਅਸੀਂ ਆਪਣੀ ਨੌਲੇਜ ਕੀ ਕਰਨਾ ਚਾਹੁੰਦੇ ਹਾਂ, ਵਧਾਉਣਾ ਚਾਹੁੰਦੇ ਹਾਂ, ਤੇ ਨੌਲੇਜ ਵਧੇਗੀ ਤਾਂ ਹੀ ਅਸੀਂ ਕੀ ਹੋਵਾਂਗੇ, ਪਰਫੈਕਟ ਹੋਵਾਂਗੇ, ਕੌਨਫੀਡੈਂਟ ਹੋਵਾਂਗੇ। ਸਿੱਖਣ ਦੇ ਨਤੀਜਿਆਂ ਦੇ ਬਿਆਨ ਕਲਮਬੰਦ ਕਰਨਾ। ਬਿਆਨ ਕਲਮਬੰਦ ਕਿੱਦਾਂ ਕੀਤੇ ਜਾਂਦੇ ਨੇ ਜੀ? ਹੁਣ ਕਹਿੰਦੇ ਸਿੱਖਣ ਦੇ ਨਤੀਜੇ ਲਿਖਣ ਵੇਲੇ ਵਿਦਿਆਰਥੀਆਂ ਦੇ ਨਜ਼ਰੀਏ ਤੇ ਵਿਚਾਰ ਕਰਨਾ ਯਾਦ ਰੱਖੋ ਅਤੇ ਪੁੱਛੋ ਕਿ ਇਸ ਯੂਨਿਟ ਦੇ ਅੰਤ ਵਿੱਚ ਵਿਦਿਆਰਥੀ ਕਿਹੜੀਆਂ ਗੱਲਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਜਿਹੜੀਆਂ ਕਿ ਉਹ ਆਰੰਭ ਵਿੱਚ ਨਹੀਂ ਜਾਣ ਸਕਿਆ। ਹੁਣ ਸਮ ਟਾਈਮ ਕੁਝ ਕੁਐਸਚਨ ਇਦਾਂ ਹੁੰਦੇ ਨੇ ਐਕਸਰਸਾਈਜ਼ ਦੇ ਵਿੱਚ ਜਿਹੜੇ ਕਿ ਆਪਾਂ ਚੈਪਟਰ ਦੇ ਵਿੱਚ ਨਹੀਂ ਪੜ੍ਹੇ ਹੁੰਦੇ, ਬਟ ਕੀ ਹੁੰਦੇ ਨੇ, ਉਹ ਵੈਲਿਊ ਬੇਸਡ ਕੁਐਸਚਨਸ ਹੁੰਦੇ ਨੇ ਜਿਹੜੇ ਕੀ ਹੁੰਦੇ ਨੇ ਆਪਣੇ ਕੋਲ, ਅਗਰ ਆਪਾਂ ਚੈਪਟਰ ਪੜ੍ਹਿਆ ਤੇ ਉਹਦੇ ਵਿੱਚੋਂ ਹੀ ਆਪਾਂ ਆਪਣੇ ਕੋਲੋਂ ਬਣਾ ਕੇ ਲਿਖਣੇ ਹੁੰਦੇ ਨੇ। ਤਾਂ ਸੋ ਡੈਟ ਇਦਾਂ ਦੇ ਕੁਐਸਚਨ ਵੀ ਕੀ ਹੋਣੇ ਚਾਹੀਦੇ ਨੇ, ਬੱਚਿਆਂ ਨੂੰ ਨੌਲੇਜ ਹੋਣੀ ਚਾਹੀਦੀ ਆ। ਆਪਣੇ ਸਿੱਖਣ ਦੇ ਨਤੀਜਿਆਂ ਦੇ ਬਿਆਨਾਂ ਨੂੰ ਇੱਕ ਕਾਰਜਸ਼ੀਲ ਕਿਰਿਆ ਨਾਲ ਆਰੰਭ ਕਰੋ। ਸੰਗਿਆਤਮਕ ਨਤੀਜਿਆਂ ਲਈ ਉਹਨਾਂ ਕਿਰਿਆਵਾਂ ਦੀ ਵਰਤੋਂ ਕਰੋ ਜੋ ਗਿਆਨ ਅਤੇ ਸਮਝ ਤੋਂ ਅੱਗੇ ਤੱਕ ਜਾਂਦੇ ਹਨ। ਉੱਚ ਪੱਧਰੀ ਕਿਰਿਆਵਾਂ ਦਾ ਟੀਚਾ ਰੱਖੋ ਜਿਨ੍ਹਾਂ ਲਈ ਵਿਦਿਆਰਥੀਆਂ ਨੂੰ ਮੁਲਾਂਕਣ, ਵਿਸ਼ਲੇਸ਼ਣ, ਸੰਸਲੇਸ਼ਣ ਅਤੇ ਆਲੋਚਨਾ ਦੀ ਲੋੜ ਹੁੰਦੀ ਹੈ। ਇਹਨਾਂ ਕਿਰਿਆਵਾਂ ਦੀ ਵਰਤੋਂ ਇਹ ਸੁਨਿਸ਼ਚਿਤ ਕਰਦੀ ਹੈ ਕਿ ਸਿੱਖਣ ਪ੍ਰਕਿਰਿਆ ਮਾਪਣ ਯੋਗ ਹੈ। ਇਹਦੇ ਵਿੱਚ ਸਾਰੇ ਦੇ ਵਿੱਚ ਜੀ ਇਹੀ ਚੀਜ਼ ਲਿਖੀ ਹੋਈ ਹੈ ਜੋ ਚੀਜ਼ ਆਪਾਂ ਪਹਿਲਾਂ ਪੜ੍ਹੀ ਹੈ ਵੀ ਮੁਲਾਂਕਣ ਦੇ ਵਿੱਚ ਕਿਹੜੇ ਪੁਆਇੰਟਸ ਨੇ ਉਹ ਇਨਕਲੂਡ ਕੀਤੇ ਜਾਂਦੇ ਨੇ। ਜਿਸ ਤਰ੍ਹਾਂ ਆਪਾਂ ਪੜ੍ਹੇ ਨੇ ਇਹਦੇ ਵਿੱਚ ਮੇਨ ਚੀਜ਼ ਇਹੀ ਆਪਣੇ ਕੋਲ ਆਊਗੀ ਸੰਸਲੇਸ਼ਨ ਵਾਲੇ ਪੁਆਇੰਟ ਜਿਹੜੇ ਆਪਾਂ ਹੁਣੀ ਰੀਡ ਆਊਟ ਕੀਤੇ ਨੇ ਜੀ। ਇਹ ਪੁਆਇੰਟ ਕੀ ਹੋਣਗੇ ਇਹਦੇ ਵਿੱਚ ਮੇਨ ਹੋਣਗੇ ਜਿਨ੍ਹਾਂ ਲਈ ਵਿਦਿਆਰਥੀਆਂ ਨੂੰ ਮੁਲਾਂਕਣ, ਵਿਸ਼ਲੇਸ਼ਣ, ਸੰਸਲੇਸ਼ਨ ਅਤੇ ਆਲੋਚਨਾ ਦੀ ਲੋੜ ਹੁੰਦੀ ਹੈ। ਇਹ ਚੀਜ਼ ਕੀ ਹੈ ਜੀ ਇਹਦੇ ਵਿੱਚ ਇੰਪੋਰਟੈਂਟ ਆ ਤੇ ਬੱਚਿਆਂ ਨੂੰ ਇਹਨਾਂ ਬਾਰੇ ਨੌਲੇਜ ਹੋਣੀ ਚਾਹੀਦੀ ਆ। ਤੁਹਾਡੇ ਯੂਨਿਟ ਲਈ ਕਿੰਨੇ ਜਾਣੇ ਲਿਖਣਗੇ? ਤੁਹਾਡੀ ਯੂਨਿਟ ਲਈ ਕਿੰਨੇ ਜਾਣੇ ਲਿਖਣਗੇ? ਤਾਂ ਇਹਦੇ ਵਿੱਚ ਕੀ ਹੈ ਯੂਨਿਟ ਦੇ ਅਕੋਰਡਿੰਗ ਕਿੰਨੇ ਜਾਣੇ ਲਿਖਣਗੇ ਜੀ? ਇਹ ਪੁਆਇੰਟ ਇੰਪੋਰਟੈਂਟ ਆ, ਜਿਵੇਂ ਆਪਾਂ ਸਮੈਸਟਰ ਵਾਈਜ਼ ਕਹਿ ਦਿੰਦੇ ਆ। ਕਹਿੰਦੇ ਸਿੱਖਣ ਦੇ ਉਦੇਸ਼ਾਂ ਦਾ ਦਾਇਰਾ ਗਿਆਨ ਦਾ ਵਿਕਾਸ, ਹੁਨਰਾਂ ਦਾ ਵਿਕਾਸ, ਰਵੱਈਆ, ਕਦਰਾਂ ਕੀਮਤਾਂ ਵਿੱਚ ਤਬਦੀਲੀ। ਮਿਆਦ ਕਿ ਕੋਈ ਛੋਟਾ ਕੋਰਸ ਹੋਵੇ ਜਾਂ ਫਿਰ ਸਮੈਸਟਰ ਹੋਵੇ ਜਾਂ ਫਿਰ ਪੂਰੇ ਸਾਲ ਦਾ ਹੋਵੇ। ਠੀਕ ਹੈ ਜੀ। ਤੁਸੀਂ ਵਿਸ਼ੇਸ਼ ਵਿਸ਼ੇ, ਕੋਰਸ ਲਈ ਵਿਸ਼ਿਸ਼ਟ ਜਾਂ ਵਿਆਪਕ ਗ੍ਰੈਜੂਏਟ ਗੁਣ ਜੋ ਤੁਸੀਂ ਵਿਕਸਿਤ ਕਰਨਾ ਚਾਹੁੰਦੇ ਹੋ ਕਿਹੜੇ ਨੇ ਉਹ? ਫਿਰ ਵੀ ਇੱਕ ਸਿੰਗਲ ਸਮੈਸਟਰ ਯੂਨਿਟ ਲਈ ਇੱਕ ਮਾਰਗਦਰਸ਼ਨ ਵਜੋਂ ਯੂਨਿਟ ਆਊਟਲਾਈਨ ਵਿੱਚ ਲਗਭਗ 4 ਤੋਂ 6 ਬਿਆਨ ਕਾਫੀ ਹੋ ਸਕਦੇ ਹਨ। ਇਸ ਤੋਂ ਘੱਟ ਕੋਈ ਵੀ ਮਾਤਰਾ ਸ਼ਾਇਦ ਇੰਨੀ ਸਧਾਰਨ ਅਤੇ ਅਸਪਸ਼ਟ ਹੋਣਗੇ ਕਿ ਜਾਂ ਤਾਂ ਆਪਣੇ ਆਪ ਲਈ ਢੁਕਵੀਆਂ ਅਧਿਆਪਨ ਅਤੇ ਸਿੱਖਣ ਰਣਨੀਤੀਆਂ ਅਤੇ ਗਤੀਵਿਧੀਆਂ ਅਤੇ ਆਕਲਨ ਕਾਰਜਾਂ ਦੀ ਯੋਜਨਾ ਬਣਾਉਣ ਦੇ ਮਾਮਲੇ ਵਿੱਚ ਜਾਂ ਤੁਹਾਡੇ ਵਿਦਿਆਰਥੀਆਂ ਨੂੰ ਉਹਨਾਂ ਦੇ ਸਿੱਖਣ ਲਈ ਮਾਰਗਦਰਸ਼ਨ ਦੇਣ ਪੱਖੋਂ ਉਹਨਾਂ ਦਾ ਤੁਹਾਡੇ ਲਈ ਕੋਈ ਮੁੱਲ ਨਹੀਂ ਹੋਵੇਗਾ ਅਤੇ ਨਾ ਹੀ ਤੁਹਾਡੇ ਵਿਦਿਆਰਥੀਆਂ ਦੇ ਲਈ। ਜੇ ਬਿਆਨ ਦੀ ਸੰਖਿਆ ਕਾਫੀ ਵੱਧ ਜਾਂਦੀ ਹੈ ਤਾਂ ਇਸ ਗੱਲ ਦਾ ਖਤਰਾ ਹੈ ਕਿ ਤੂਬੇ ਵਿਦਿਆਰਥੀ ਉਸ ਵਡੇਰੀ ਤਸਵੀਰ ਨੂੰ ਵੇਖਣ ਤੋਂ ਖੁੰਝ ਜਾਣਗੇ ਜਿਹੜੇ ਤੁਸੀਂ ਆਪਣੀ ਬਿਆਨਾਂ ਰਾਹੀਂ ਉਹਨਾਂ ਸਾਹਮਣੇ ਪੇਸ਼ ਕਰਨੀ ਚਾਹੁੰਦੇ ਹੋ। ਮਤਲਬ ਕਿ ਜਿਸ ਤਰ੍ਹਾਂ ਹੁਣ ਪੂਰਾ ਪੈਰਾ ਪੜ੍ਹ ਲਿਆ, ਆਪਾਂ ਨੂੰ ਕਲੀਅਰ ਨਹੀਂ ਹੋਇਆ ਵੀ ਕੀ ਚੀਜ਼ ਇਹਨਾਂ ਨੇ ਇਹਦੇ ਵਿੱਚ ਕਹੀ ਆ, ਤਾਂ ਸੇਮ ਚੀਜ਼ ਕੀ ਹੁੰਦੀ ਹੈ ਸਟੂਡੈਂਟਸ ਦੇ ਲਈ ਹੁੰਦੀ ਹੈ, ਚਾਹੇ ਉਹਨਾਂ ਦਾ ਛੋਟਾ ਕੋਰਸ ਆ ਚਾਹੇ ਉਹਨਾਂ ਦਾ ਬੜਾ ਕੋਰਸ ਆ। ਤਾਂ ਟੀਚਰਸ ਕੀ ਕਰਦੇ ਨੇ, ਕਲੀਅਰ ਕੱਟ ਗੱਲ ਦੱਸਦੇ ਨੇ, ਮਤਲਬ ਕਿ ਉਹਨਾਂ ਨੂੰ ਈਜ਼ੀ ਲੈਂਗੁਏਜ ਦੇ ਵਿੱਚ ਦੱਸਦੇ ਨੇ ਵੀ ਇਹਦੇ ਵਿੱਚ ਇਹ ਚੀਜ਼ ਹੈਗੀ ਆ, ਤਾਂ ਹੀ ਉਹਨੂੰ ਅੰਡਰਸਟੈਂਡ ਕਰਨਗੇ। ਜਿਸ ਤਰ੍ਹਾਂ ਜਿਵੇਂ ਬਿਆਨ ਦੀ ਗੱਲ ਕੀਤੀ ਹੈ ਇੱਥੇ, ਠੀਕ ਹੈ। ਬਿਆਨ ਦਾ ਮਤਲਬ ਕੀ ਹੈ, ਜੋ ਚੀਜ਼ ਤੁਸੀਂ ਸਮਝਾਉਣੀ ਆ। ਅਗਰ ਤੁਹਾਡੇ ਜਿਹੜੇ ਬਿਆਨ ਨੇ ਕਾਫੀ ਲੰਬੇ ਚੌੜੇ ਹੋਣਗੇ ਤਾਂ ਬੱਚੇ ਕੀ ਰਹਿਣਗੇ, ਉਹਨਾਂ ਵਿੱਚ ਉਲਝੇ ਰਹਿਣਗੇ। ਅਗਰ ਤੁਸੀਂ ਜੋ ਵੀ ਤੁਹਾਡੇ ਬਿਆਨ ਨੇ, ਤੁਹਾਡੀਆਂ ਗੱਲਾਂ ਨੇ, ਠੀਕ ਹੈ, ਉਹ ਸਿੱਧੀਆਂ ਸਪਸ਼ਟ ਕਰੋਗੇ ਤੁਸੀਂ, ਤਾਂ ਉਹਨਾਂ ਨਾਲ ਕੀ ਹੋਏਗਾ, ਬੱਚਿਆਂ ਨੂੰ ਸਮਝ ਵੀ ਜੀ ਆਏਗੀ ਤੇ ਉਹ ਅੰਡਰਸਟੈਂਡ ਵੀ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਕਰ ਪਾਉਣਗੇ। ਨੈਕਸਟ ਪੁਆਇੰਟ ਹੈਗਾ ਜੀ ਗੁਣਾਂ ਨਾਲ ਸਿੱਖਣ ਦੇ ਨਤੀਜਿਆਂ ਨੂੰ ਜੋੜਨਾ। ਤੁਹਾਡਾ ਇੰਟਰਸਟ ਕਾਹਦੇ ਵਿੱਚ ਹੈ, ਠੀਕ ਹੈ ਜੀ। ਮਤਲਬ ਕਿ ਤੁਸੀਂ ਕੀ ਚੀਜ਼ ਸਿੱਖਣਾ ਚਾਹੁੰਦੇ ਹੋ ਤਾਂ ਉਹ ਚੀਜ਼ ਤੁਹਾਡੀ ਪਹਿਲਾਂ ਹੀ ਕੀ ਹੋਏਗੀ, ਪਲੈਨਿੰਗ ਹੋਏਗੀ, ਯੋਜਨਾਬੰਦੀ ਹੋਏਗੀ, ਤਾਂ ਹੀ ਤੁਸੀਂ ਉਸ ਚੀਜ਼ ਨੂੰ ਕੀ ਕਰ ਸਕਦੇ ਹੋ, ਪ੍ਰੈਫਰ ਕਰ ਸਕਦੇ ਹੋ। ਸਿੱਖਣ ਦੇ ਨਤੀਜਿਆਂ ਨੂੰ ਆਕਲਨ ਨਾਲ ਜੋੜਨਾ। ਹੁਣ ਸਿੱਖਣ ਦੇ ਨਤੀਜਿਆਂ ਨੂੰ ਆਕਲਨ ਨਾਲ ਕਿੱਦਾਂ ਜੋੜਿਆ ਜਾ ਸਕਦਾ? ਆਕਲਨ ਪ੍ਰਕਿਰਿਆ ਮੁਆਇਨਾ ਕਰਦੀ ਹੈ ਕਿ ਵਿਦਿਆਰਥੀਆਂ ਨੇ ਯੂਨਿਟ ਦੇ ਉਦੇਸ਼ ਨਤੀਜਿਆਂ ਨੂੰ ਕਿਸ ਹੱਦ ਤੱਕ ਹਾਸਲ ਕੀਤਾ ਹੈ। ਇਸ ਲਈ ਆਕਲਨ ਪ੍ਰੋਗਰਾਮ ਨੂੰ ਡਿਜ਼ਾਈਨ ਕਰਨ ਵੇਲੇ ਇਹ ਜ਼ਰੂਰੀ ਹੈ ਕਿ ਸਿੱਖਣ ਦੇ ਨਤੀਜੇ ਇਸ ਗੱਲ ਦਾ ਆਧਾਰ ਬਣਾਏ ਜਾਣ ਕਿ ਕਿਸ ਦਾ ਆਕਲਨ ਕੀਤਾ ਜਾਣਾ ਹੈ ਤੇ ਕਿਵੇਂ ਕੀਤਾ ਜਾਣਾ ਹੈ। ਉਹਦੇ ਵਿੱਚ ਹਰ ਇੱਕ ਚੀਜ਼ ਤੁਹਾਡੀ ਹੋਣੀ ਚਾਹੀਦੀ ਆ, ਠੀਕ ਹੈ ਜੀ। ਤਾਂ ਇਹ ਕੀ ਹੋਏਗਾ, ਸਿੱਖਣ ਦੇ ਨਤੀਜਿਆਂ ਨੂੰ ਆਕਲਨ ਦੇ ਨਾਲ ਜੋੜਿਆ ਜਾਂਦਾ ਤਾਂ ਜੋ ਈਜ਼ੀ ਤਰੀਕੇ ਨਾਲ ਕੀ ਕਰ ਸਕਣ, ਉਹ ਸੋਲਵ ਕਰ ਸਕਣ, ਲਰਨਿੰਗ ਕਰਨ। ਹਰ ਨਤੀਜੇ ਦਾ ਆਕਲਨ ਕੀਤਾ ਜਾਣਾ ਚਾਹੀਦਾ ਹੈ। ਜੇ ਦੱਸੇ ਗਏ ਨਤੀਜਿਆਂ ਦਾ ਆਕਲਨ ਨਹੀਂ ਕੀਤਾ ਜਾਂਦਾ ਤਾਂ ਤੁਹਾਨੂੰ ਅਤੇ ਤੁਹਾਡੇ ਵਿਦਿਆਰਥੀਆਂ ਨੂੰ ਪਤਾ ਨਹੀਂ ਲੱਗੇਗਾ ਕਿ ਇਹ ਹਾਸਲ ਹੋ ਗਿਆ ਹੈ। ਜੇ ਸਿੱਖਣ ਦੇ ਨਤੀਜੇ ਇਸ ਢੰਗ ਨਾਲ ਤਿਆਰ ਕੀਤੇ ਗਏ ਹਨ ਕਿ ਆਕਲਨ ਸੰਭਵ ਨਹੀਂ ਹੈ
ਤਾਂ ਤੁਹਾਨੂੰ ਇਸ ਨੂੰ ਦੁਬਾਰਾ ਕਰਨ ਦੀ ਜ਼ਰੂਰਤ ਹੈ ਤਾਂ ਜੋ ਪ੍ਰਾਪਤੀ ਦਾ ਪ੍ਰਦਰਸ਼ਨ ਸੰਭਵ ਹੋ ਸਕੇ। ਫੋਰ ਐਗਜ਼ਾਮਪਲ ਜਦੋਂ ਬੱਚੇ ਲਰਨਿੰਗ ਕਰਦੇ ਆ, ਪੜ੍ਹਦੇ ਆ, ਆਪਾਂ ਕੰਸੈਪਟ ਦਿੱਤਾ ਬਟ ਉਹਨਾਂ ਨੂੰ ਕੋਈ ਐਕਸਰਸਾਈਜ਼ ਨਹੀਂ ਦਿੱਤੀ, ਸਾਨੂੰ ਕੀ ਪਤਾ ਲੱਗੂ ਬੱਚਿਆਂ ਦੀ ਵੀ ਜਿਹੜਾ ਚੈਪਟਰ ਆ ਉਹ ਪ੍ਰਪੇਅਰ ਹੋ ਚੁੱਕਿਆ ਵਾ। ਠੀਕ ਹੈ, ਜਿਸ ਤਰ੍ਹਾਂ ਹੁਣ ਐਗਜ਼ਾਮ ਨਾ ਹੋਣ ਕੀ ਪਤਾ ਲੱਗੂ ਬੱਚਿਆਂ ਦੀ ਪਰਫਾਰਮੈਂਸ ਕਿੱਥੇ ਜਾ ਰਹੀ ਆ। ਸੇਮ ਚੀਜ਼ ਕੀ ਹੁੰਦਾ ਆਕਲਨ ਦਾ ਹੁੰਦਾ ਵੀ ਜੇ ਆਪਾਂ ਆਕਲਨ ਨਾ ਕਰੀਏ ਤਾਂ ਆਪਣੇ ਕੋਲ ਇਹਦੇ ਨਾਲ ਜੋੜਿਆ ਹੀ ਨਹੀਂ ਜਾ ਸਕਦਾ। ਜੇ ਆਪਾਂ ਨੂੰ ਉਹਨਾਂ ਦੀ ਪਰਫਾਰਮੈਂਸ ਹੀ ਨਹੀਂ ਪਤਾ ਲੱਗ ਸਕਦੀ ਵੀ ਉਹ ਕਿੰਨੇ ਕੁ ਪਾਣੀ 'ਚ ਨੇ, ਕਿੱਥੋਂ ਤੱਕ ਉਹਨਾਂ ਨੇ ਲਰਨਿੰਗ ਆਊਟ ਕੀਤੀ ਆ। ਸੇਮ ਚੀਜ਼ ਆਪਾਂ ਨੂੰ ਇਹਦੇ ਵਿੱਚ ਉਹਨਾਂ ਨੇ ਡਿਫਾਈਨ ਕੀਤੀ ਆ, ਸਿੱਖਣ ਦੇ ਨਤੀਜਿਆਂ ਨੂੰ ਆਕਲਨ ਦੇ ਨਾਲ ਜੋੜਨਾ। ਇਸ ਤੋਂ ਬਾਅਦ ਨੈਕਸਟ ਟੌਪਿਕ ਹੈਗਾ ਜੀ ਤੁਹਾਡਾ ਸਿੱਖਣ ਦੇ ਨਤੀਜੇ ਤੇ ਆਕਲਨ। ਠੀਕ ਹੈ, ਸੰਖਿਆ 1 ਦੇ ਵਿੱਚ ਕੀ ਆਪਣੇ ਕੋਲ ਕਾਰਜ 1 ਹੋ ਗਿਆ, ਸੰਖਿਆ 2 ਦੇ ਵਿੱਚ ਕਾਰਜ 2, ਸੰਖਿਆ 3 ਦੇ ਵਿੱਚ ਕਾਰਜ 1। ਠੀਕ ਹੈ ਜੀ, ਇਹ ਸਾਰਾ ਕੁਝ ਇੱਥੇ ਡਿਫਾਈਨ ਕੀਤਾ ਹੋਇਆ, ਜਸਟ ਤੁਸੀਂ ਰੀਡ ਕਰ ਸਕਦੇ ਹੋ। ਨੈਕਸਟ ਪੁਆਇੰਟ ਹੈਗਾ ਜੀ ਸਿੱਖਣ ਦੇ ਨਤੀਜਿਆਂ ਨੂੰ ਅਤੇ ਅਧਿਆਪਨ ਦੀਆਂ ਸਿੱਖਣ ਰਣਨੀਤੀਆਂ ਦੇ ਨਾਲ ਜੋੜਨਾ। ਹੁਣ ਅਧਿਆਪਕ ਦੀਆਂ ਸਿੱਖਣ ਰਣਨੀਤੀਆਂ ਦੇ ਨਾਲ ਕਿੱਦਾਂ ਉਹਨਾਂ ਨੂੰ ਜੋੜਿਆ ਜਾ ਸਕਦਾ। ਤੁਹਾਡੇ ਸਿੱਖਣ ਦੇ ਨਤੀਜਿਆਂ ਦੀਆਂ ਕਾਰਜਸ਼ੀਲ ਕਿਰਿਆਵਾਂ ਅਨੇਕ ਪ੍ਰਕਾਰ ਦੀਆਂ ਸਿੱਖਣ ਗਤੀਵਿਧੀਆਂ ਨੂੰ ਚਿੰਤਤ ਕਰਨਗੀਆਂ ਜੋ ਉਹਨਾਂ ਦੀ ਪ੍ਰਾਪਤੀ ਲਈ ਸਭ ਤੋਂ ਵਧੀਆ ਅਗਵਾਈ ਕਰਨਗੀਆਂ। ਉਦਾਹਰਨ ਦੇ ਲਈ ਜੇ ਇੱਕ ਸਿੱਖਣ ਦਾ ਨਤੀਜਾ ਇਹ ਹੈ ਕਿ ਵਿਦਿਆਰਥੀ ਡਾਟੇ ਦਾ ਵਿਸ਼ਲੇਸ਼ਣ ਅਤੇ ਵਿਆਖਿਆ ਕਰਨ ਦੇ ਯੋਗ ਹੋਣ ਤਾਂ ਅਜਿਹੀਆਂ ਗਤੀਵਿਧੀਆਂ ਹੋਣੀਆਂ ਚਾਹੀਦੀਆਂ ਹਨ ਜਿੱਥੇ ਵਿਦਿਆਰਥੀਆਂ ਨੂੰ ਡਾਟਾ ਦਾ ਵਿਸ਼ਲੇਸ਼ਣ ਅਤੇ ਵਿਆਖਿਆ ਕਰਨ ਦੇ ਲਈ ਕਿਹਾ ਜਾਂਦਾ ਹੈ ਅਤੇ ਇਹਨਾਂ ਹੁਨਰਾਂ ਲਈ ਉਹਨਾਂ ਨੂੰ ਪ੍ਰਗਤੀ ਤੇ ਨਿਗਰਾਨੀ ਕਰਨ, ਆਕਲਨ ਕਰਨ ਅਤੇ ਫੀਡਬੈਕ ਪ੍ਰਾਪਤ ਕਰਨ ਦੇ ਮੌਕੇ ਹੁੰਦੇ ਹਨ। ਜੇ ਨਤੀਜੇ ਵਜੋਂ ਵਿਦਿਆਰਥੀਆਂ ਤੋਂ ਅਨੁਸ਼ਾਸਿਤ ਸੰਮੇਲਨਾਂ ਦੇ ਆਧਾਰ ਤੇ ਇੱਕ ਲਿਖਤੀ ਦਲੀਲ ਤਿਆਰ ਕਰਨ ਦੇ ਯੋਗ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਗਤੀਵਿਧੀਆਂ ਵਿੱਚ ਸ਼ਾਮਿਲ ਹੁਨਰਾਂ ਦੀ ਸਿਖਲਾਈ ਦੀ ਜ਼ਰੂਰਤ ਹੋਏਗੀ ਜੋ ਨੂੰ ਉਹਨਾਂ ਹੁਨਰਾਂ ਦਾ ਅਭਿਆਸ ਅਤੇ ਸੁਧਾਈ ਕਰਨ ਦੀ ਆਇਆ ਦਿੰਦੀਆਂ ਹਨ। ਮਤਲਬ ਆਗਿਆ यहाँ पर आज्ञा आएगा, आज्ञा ਦਿੰਦੀਆਂ ਹਨ। ਹਾਂਜੀ, ਇਹਦੇ ਵਿੱਚ ਉਹਨਾਂ ਨੇ ਇਹੀ ਚੀਜ਼ ਕਹੀ ਹੈ ਵੀ ਜਿਸ ਤਰ੍ਹਾਂ ਆਪਾਂ ਬੱਚਿਆਂ ਤੋਂ ਉਮੀਦਾਂ ਕਰਦੇ ਹਾਂ ਤਾਂ ਉਹਨਾਂ ਦੇ ਅਕੋਰਡਿੰਗ ਸਾਨੂੰ ਉਹਨਾਂ ਦਾ ਐਟਮੋਸਫੇਅਰ ਵੀ ਬਣਾਉਣਾ ਪੈਂਦਾ। ਅਗਰ ਮਤਲਬ ਅਸੀਂ ਕਹਿੰਦੇ ਵੀ ਉਹ ਸਾਰੀਆਂ ਗਤੀਵਿਧੀਆਂ ਕਰਨ, ਐਕਟੀਵਿਟੀਜ਼ ਕਰਨ, ਠੀਕ ਹੈ, ਪ੍ਰੋਪਰ ਤਰੀਕੇ ਨਾਲ ਦੱਸਣ ਤਾਂ ਉਹਨਾਂ ਦੇ ਲਈ ਸਾਨੂੰ ਪਹਿਲਾਂ ਉਹਨਾਂ ਨੂੰ ਰੈਡੀ ਕਰਨਾ ਹੋਊਗਾ, ਉਹਨਾਂ ਨੂੰ ਤਿਆਰ ਕਰਨਾ ਹੋਏਗਾ। ਜਿਸ ਤਰ੍ਹਾਂ ਹੁਣ ਫੋਰ ਗਵਰਨਮੈਂਟ ਐਗਜ਼ਾਮਸ ਆਉਂਦੇ ਨੇ, ਗਵਰਨਮੈਂਟ ਐਗਜ਼ਾਮ ਦੇ ਵਿੱਚ ਪੇਰੈਂਟਸ ਦੀਆਂ ਉਮੀਦਾਂ ਹੁੰਦੀਆਂ ਨੇ ਵੀ ਸਾਡਾ ਬੱਚਾ ਗਵਰਨਮੈਂਟ ਐਗਜ਼ਾਮ ਨੂੰ ਕੁਆਲੀਫਾਈ ਕਰ ਸਕੇ। ਠੀਕ ਹੈ ਜੀ, ਤਾਂ ਸੇਮ ਚੀਜ਼ ਕੀ ਆ, ਉਹਨਾਂ ਨੂੰ ਕੁਆਲੀਫਾਈ ਕਰਨ ਵਾਸਤੇ ਪਹਿਲਾਂ ਆਪਾਂ ਨੂੰ ਕੀ ਕਰਨਾ ਪਊਗਾ, ਤਿਆਰ ਕਰਨਾ ਪਊਗਾ, ਉਹਨਾਂ ਨੂੰ ਮਾਹੌਲ ਦੇਣਾ ਪਏਗਾ, ਉਹਨਾਂ ਨੂੰ ਫੀਡਬੈਕ ਦੇਣੀ ਪਊਗੀ, ਉਹਨਾਂ ਦਾ ਆਕਲਨ ਕਰਨਾ ਪਊਗਾ ਤਾਂ ਹੀ ਜਾ ਕੇ ਕੀ ਹੋਣਗੇ, ਉਸ ਵਾਸਤੇ ਉਹ ਪ੍ਰਪੇਅਰ ਹੋਣਗੇ। ਸੋ ਡੈਟ ਜੋ ਆਪਣਾ ਟੌਪਿਕ ਸੀਗਾ ਜੀ ਸਿੱਖਣ ਦੇ ਨਤੀਜਿਆਂ ਨੂੰ ਅਤੇ ਅਧਿਆਪਨ ਦੀਆਂ ਸਿੱਖਣ ਰਣਨੀਤੀਆਂ। ਅਧਿਆਪਕ ਉਹਨਾਂ ਨੂੰ ਕਿਵੇਂ ਸਿਖਾਉਂਦੇ ਨੇ, ਕਿੱਦਾਂ ਉਹਨਾਂ ਨੂੰ ਪ੍ਰੋਸੈਸਿੰਗ ਜਾ ਰਿਹਾ, ਕਿੱਦਾਂ ਉਹਨਾਂ ਦੀ ਫੀਡਬੈਕ ਦੇ ਰਹੇ ਨੇ, ਕਿੱਦਾਂ ਉਹਨਾਂ ਦਾ ਆਕਲਨ ਕਰਦੇ ਨੇ, ਉਹ ਵੀ ਚੀਜ਼ ਇਹਦੇ ਵਿੱਚ ਕੀ ਆ, ਬਹੁਤ ਜ਼ਿਆਦਾ ਇੰਪੋਰਟੈਂਟ ਆ। ਇਹ ਸਭ ਨੂੰ ਇਕੱਠੇ ਲਿਆਉਣਾ, ਹੁਣ ਸਾਰੀ ਪ੍ਰੋਸੈਸਿੰਗ ਨੂੰ ਲਾਸਟ ਦਿੱਤੇ ਜਾ ਕੇ ਆਪਾਂ ਕੀ ਕਰ ਦੇਣਾ, ਇਕੱਠਾ ਕਰ ਦੇਣਾ ਤਾਂ ਹੀ ਜਾ ਕੇ ਉਹਨਾਂ ਦਾ ਕੀ ਹੋਏਗਾ, ਲਰਨਿੰਗ ਆਊਟਕਮਸ ਹੋਏਗਾ ਪ੍ਰੋਪਰ ਤਰੀਕੇ ਨਾਲ। ਸਿੱਖਣ ਦੇ ਨਤੀਜਿਆਂ ਨਾਲ ਜੁੜੇ ਵੱਖ-ਵੱਖ ਪਹਿਲੂਆਂ ਨੂੰ ਇਕੱਠਿਆਂ ਲਿਆਉਣ ਲਈ ਤੁਸੀਂ ਇੱਕ ਯੋਜਨਾਬੰਦੀ ਸਾਰਣੀ ਨੂੰ ਡਾਊਨਲੋਡ ਕਰਨਾ ਪਸੰਦ ਕਰ ਸਕਦੇ ਹੋ। ਇਹ ਸਿੱਖਣ ਦੇ ਨਤੀਜਿਆਂ ਨੂੰ ਗ੍ਰੈਜੂਏਟ ਗੁਣਾਂ, ਆਕਲਨ ਕਾਰਜਾਂ ਅਤੇ ਅਧਿਆਪਨ ਅਤੇ ਸਿੱਖਣ ਦੀਆਂ ਰਣਨੀਤੀਆਂ ਗਤੀਵਿਧੀਆਂ ਨਾਲ ਜੋੜਦਾ ਹੈ। ਹਰ ਇੱਕ ਇਨਫੋਰਮੇਸ਼ਨ ਇਹਦੇ ਵਿੱਚ ਕੀ ਹੋ ਜਾਏਗੀ, ਇਨਕਲੂਡ ਹੋ ਜਾਏਗੀ। ਉਸ ਤੋਂ ਬਾਅਦ ਬੱਚਿਆਂ ਨੂੰ ਕੀ ਹੋਏਗੀ, ਪ੍ਰੋਪਰ ਇੱਕ ਪਲੈਨਿੰਗ ਤਰੀਕੇ ਦੇ ਨਾਲ ਕੀ ਕਰਨਗੇ, ਉਹਨੂੰ ਰਿਵਾਈਜ਼ ਆਊਟ ਕਰਨਗੇ। ਇੱਥੇ ਆਪਣਾ ਅੱਜ ਦਾ ਟੌਪਿਕ ਜੀ ਕੰਪਲੀਟ ਹੁੰਦਾ ਲਰਨਿੰਗ ਆਊਟਕਮਸ। ਇਹਦੇ ਆਪਣੇ ਕੋਲੇ ਨੈਕਸਟ MCQs ਨੇ। ਠੀਕ ਹੈ ਜੀ, MCQs ਦੀ ਜੋ PDF ਹੈ ਮੈਂ ਤੁਹਾਨੂੰ ਗਰੁੱਪ 'ਚ ਸਾਰੀ ਸੈਂਡ ਕਰ ਦੂੰਗੀ, ਥਿਊਰੀ ਦੀ ਵੀ ਦੈਨ MCQs ਦੀ ਵੀ। ਜੋ ਵੀ ਆਨਲਾਈਨ ਗਰੁੱਪ, ਜਿੰਨਾ ਸਟੂਡੈਂਟਸ ਨੇ ਆਨਲਾਈਨ ਗਰੁੱਪ ਜੁਆਇਨ ਨਹੀਂ ਕੀਤਾ ਜੀ, ਮੈਂ ਡਿਸਕ੍ਰਿਪਸ਼ਨ ਬਾਕਸ 'ਚ ਲਿੰਕ ਦੇ ਰਹੀ ਹਾਂ ਆਨਲਾਈਨ ਗਰੁੱਪ ਦਾ, ਤਾਂ ਤੁਸੀਂ ਉਹ ਜੁਆਇਨ ਕਰਕੇ ਉੱਥੋਂ PDF ਡਾਊਨਲੋਡ ਵੀ ਕਰ ਸਕਦੇ ਹੋ। ਐਂਡ ਸੈਕੰਡ ਥਿੰਗ, ਅਗਰ ਤੁਸੀਂ ਮੇਰੇ ਤੋਂ ਆਨਲਾਈਨ ਕਲਾਸਿਸ ਲੈਣਾ ਚਾਹੁੰਦੇ ਹੋ NTT ਦੀਆਂ ਤਾਂ ਤੁਸੀਂ ਮੈਨੂੰ WhatsApp ਕਰ ਸਕਦੇ ਹੋ। WhatsApp ਨੰਬਰ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਦੇ ਰਹੀ ਹਾਂ। ਇਸ ਤੋਂ ਬਿਨਾਂ ਅਗਰ ਤੁਸੀਂ NTT ਦੇ ਨੋਟਸ ਵੀ ਲੈਣਾ ਚਾਹੁੰਦੇ ਹੋ, NTT ਦੇ ਸਾਰੇ ਥਿਊਰੀ ਨੋਟਸ ਮੇਰੇ ਕੋਲ ਅਵੇਲੇਬਲ ਨੇ ਵਿਦ MCQs ਨੇ ਐਂਡ ਪ੍ਰੈਕਟਿਸ ਟੈਸਟ ਪੇਪਰ ਨੇ। ਅਗਰ ਤੁਹਾਨੂੰ ਉਹਨਾਂ ਦੀ ਵੀ ਨੀਡ ਆ, ਤੁਸੀਂ ਸਟੱਡੀ ਕਰਨਾ ਚਾਹੁੰਦੇ ਹੋ, ਹੁਣ ਤੱਕ ਤੁਸੀਂ ਕੁਝ ਨਹੀਂ ਪੜ੍ਹਿਆ ਤਾਂ ਜਸਟ ਉਹ ਨੋਟਸ ਪੜ੍ਹ ਕੇ ਤੁਸੀਂ ਆਪਣੇ ਤਿਆਰੀ ਕਰ ਸਕਦੇ ਹੋ। ਅਗਰ ਤੁਸੀਂ ਉਹ ਲੈਣੇ ਨੇ ਤਾਂ ਵੀ ਤੁਸੀਂ ਲੈ ਸਕਦੇ ਹੋ, ਤੁਸੀਂ ਮੈਨੂੰ WhatsApp ਕਰ ਸਕਦੇ ਹੋ। WhatsApp ਨੰਬਰ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਦੇ ਰਹੀ ਹਾਂ। ਐਂਡ ਲਾਈਕ ਜੋ ਤੁਹਾਡੇ MCQs ਕੁਐਸਚਨਸ ਨੇ, ਠੀਕ ਹੈ ਜੀ, ਉਹ ਤੁਸੀਂ ਦੇਖ ਸਕਦੇ ਹੋ। MCQs ਕੁਐਸਚਨ ਦੀ ਜੋ PDF ਆ ਇਹ ਮੈਂ ਤੁਹਾਨੂੰ ਗਰੁੱਪ 'ਚ ਸੈਂਡ ਕਰ ਦੂੰਗੀ। ਚੈਪਟਰਸ ਨੂੰ ਰੀਡ ਕਰਨ ਤੋਂ ਬਾਅਦ ਤੁਸੀਂ MCQs ਨੂੰ ਸੋਲਵ ਕਰ ਸਕਦੇ ਹੋ। MCQ ਸੋਲਵ ਕਰਕੇ ਤੁਹਾਡਾ ਇਹ ਜਿਹੜਾ ਟੌਪਿਕ ਆ ਉਹ ਵੀ ਕੀ ਹੋ ਜਾਏਗਾ ਜੀ, ਕਲੀਅਰ ਹੋ ਜਾਏਗਾ ਪ੍ਰੋਪਰ ਤਰੀਕੇ ਦੇ ਨਾਲ। ਇਹਦੇ ਟੋਟਲ ਤੁਹਾਡੇ MCQs ਨੇ ਜੀ, ਉਹ ਮੈਂ ਤੁਹਾਨੂੰ ਸ਼ੋ ਕਰ ਦਿੰਦੀ ਹਾਂ। ਟੋਟਲ ਇਹਦੇ ਹੈਗੇ ਨੇ ਜੀ 81 MCQs ਨੇ। 81 MCQs ਤੁਸੀਂ ਸੋਲਵ ਕਰ ਸਕਦੇ ਹੋ ਲਰਨਿੰਗ ਆਊਟਕਮਸ ਦੇ। ਹਾਂਜੀ ਗਾਇਸ, ਅੱਜ ਦੀ ਵੀਡੀਓ ਲਈ ਇੰਨਾ ਹੀ। ਟੇਕ ਕੇਅਰ, ਗੁੱਡ ਬਾਏ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਬਾਏ ਬਾਏ, ਗੁੱਡ ਬਾਏ।